पंजाबी नैशनल टीवी ते खबरां दे बुलेटिन च तुहाडा स्वागत। पहलां एक झात अज दीआं मुख खबरां ते। कैप्टन अमरिंदर सिंह सिद्धी अदायगी लई आड़तियां दा देणगे साथ। महंगी बिजली दे मुद्दे ने पंजाब च सियासत दे हीटर भखाए। साबका फौजी संभालणगे किसान अंदोलन दे सुरक्षा प्रबंधां दी कमान। पुलवामा मुठभेड़ च अतवादी ढेर ते मद्रास हाईकोर्ट ने चोण वादियां नूं लै के कीती टिप्पणी। ਤੇ ਹੁਣ ਖਬਰਾਂ ਵਿਸਥਾਰ ਨਾਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੀ ਖਰੀਦ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੇ ਮੁੱਦੇ ਤੇ ਕਿਸੇ ਤਰ੍ਹਾਂ ਦੀ ਢਿੱਲ ਨਾ ਦੇਣ ਬਾਰੇ ਕੇਂਦਰ ਦੇ ਤਾਜ਼ਾ ਹੁਕਮਾਂ ਦੇ ਮੱਦੇਨਜ਼ਰ ਆੜ੍ਹਤੀਆਂ ਨੂੰ ਉਹਨਾਂ ਦੀ ਸਰਕਾਰ ਵੱਲੋਂ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਹੈ। ਸੂਬੇ ਦੇ ਆੜ੍ਹਤੀਆਂ ਨਾਲ ਵਰਚੁਅਲ ਬੈਠਕ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਨੇ। ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਉਹਨਾਂ ਦੇ ਨਾਲ ਖੜੀ ਰਹੇਗੀ ਤੇ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਅਦਾਇਗੀ ਕਰਨ ਦੀ ਸਥਾਪਿਤ ਪ੍ਰਣਾਲੀ ਨੂੰ ਤਬਾਹ ਕਰਨ ਲਈ ਕੇਂਦਰ ਸਰਕਾਰ ਦੇ ਕਦਮ ਖਿਲਾਫ ਲੜਾਈ ਲੜੇਗੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ 'ਚ ਆੜ੍ਹਤੀਏ ਖਰੀਦ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਬਣੇ ਰਹਿਣਗੇ। ਮੁੱਖ ਮੰਤਰੀ ਨੇ ਸੰਬੰਧਿਤ ਵਿਭਾਗ ਨੂੰ ਆੜ੍ਹਤੀਆਂ ਦੇ ਸੂਬਾ ਸਰਕਾਰ ਵੱਲ ਬਕਾਏ 131 ਕਰੋੜ ਰੁਪਏ ਜਾਰੀ ਕਰਨ ਦੇ ਵੀ ਹੁਕਮ ਦਿੱਤੇ ਨੇ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਸਿੱਧਾ ਲਾਭ ਤਬਦੀਲ ਯਾਨੀ DBT ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਮਿਲਣ ਲਈ ਸਮਾਂ ਮੰਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਬੀਤੀ 19 ਮਾਰਚ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਨਿੱਜੀ ਤੌਰ ਤੇ ਗੱਲਬਾਤ ਕੀਤੀ ਸੀ ਤੇ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਇਸ ਮਸਲੇ ਤੇ ਮਦਦ ਦਾ ਭਰੋਸਾ ਦਿੱਤਾ ਸੀ। ਉਹਨਾਂ ਨੇ ਖੁਲਾਸਾ ਕੀਤਾ ਕਿ ਸੂਬੇ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਮੁੱਦੇ ਨੂੰ ਲੈ ਕੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਬੈਠਕ ਦੌਰਾਨ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਨੇ ਹਰਿਆਣਾ ਦੀ ਖੱਟਰ ਸਰਕਾਰ ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ DBT ਦੇ ਪ੍ਰਸਤਾਵ ਨੂੰ ਪ੍ਰਵਾਨ ਕਰਕੇ ਉਹਨਾਂ ਨਾਲ ਧੋਖਾ ਕੀਤਾ ਗਿਆ। ਉਹਨਾਂ ਨੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਦੱਸਿਆ। ਆੜ੍ਹਤੀਆਂ ਵੱਲੋਂ ਅਦਾਇਗੀ ਬਾਰੇ ਮੌਜੂਦਾ ਵਿਵਸਥਾ ਕਾਇਮ ਰੱਖਣ ਦੇ ਨਾਲ-ਨਾਲ ਭਾਰਤੀ ਖੁਰਾਕ ਨਿਗਮ ਪਾਸੋਂ ਸਾਰੇ ਬਕਾਏ ਦੇ ਨਿਪਟਾਰੇ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਮੰਡੀਆਂ 'ਚ ਲਿਆਂਦੀ ਜਾਣ ਵਾਲੀ ਕਿਸਾਨਾਂ ਦੀ ਉਪਜ ਨੂੰ ਜ਼ਮੀਨੀ ਰਿਕਾਰਡ ਨਾਲ ਜੋੜਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ 'ਚ ਆੜ੍ਹਤੀਆਂ ਨੇ ਆਖਿਆ ਕਿ ਮੌਜੂਦਾ APMC ਐਕਟ ਜਾਂ ਨੀਮਾਂ 'ਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਜੋ ਇਸ ਨੂੰ ਜ਼ਮੀਨੀ ਰਿਕਾਰਡ ਨਾਲ ਜੋੜਨ ਜਾਂ ਕਿਸਾਨਾਂ ਪਾਸੋਂ ਅਜਿਹਾ ਡਾਟਾ ਮੰਗਦੀ ਹੋਵੇ। ਜੇਕਰ ਇਸ ਨੂੰ ਲਾਗੂ ਵੀ ਕੀਤਾ ਜਾਣਾ ਤੇ ਇਸ ਸੂਰਤ ਵਿੱਚ ਵੀ APMC ਦੇ ਨਿਯਮਾਂ 'ਚ ਸੋਧ ਕਰਨੀ ਹੋਵੇਗੀ। ਉਹਨਾਂ ਨੇ ਆਪਣੀ ਕਮਿਟਮੈਂਟ ਦੁਬਾਰਾ ਜ਼ਾਹਰ ਕੀਤੀ ਹੈ। ਮੈਂ ਆੜ੍ਹਤੀਆਂ ਨਾਲ ਖੜਾ ਔਰ ਜੋ ਸਿਸਟਮ ਅੱਜ ਤੱਕ ਚੱਲਦਾ ਆਇਆ ਕਿਸਾਨ ਔਰ ਆੜ੍ਹਤੀਏ ਦਾ ਜਿਵੇਂ ਉਹਨਾਂ ਦਾ ਰਿਸ਼ਤਾ ਉਹ ਇਸ ਤਰੀਕੇ ਬਰਕਰਾਰ ਰਹੇਗਾ ਔਰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਇਹਨਾਂ ਨਾਲ ਖੜੇ ਰਹਿਣਗੇ। ਇਹ ਉਹਨਾਂ ਨੇ ਅਸ਼ੋਰ ਕੀਤਾ ਹੈ। ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਸੀਗੀਆਂ ਉਹ ਸਾਰੀਆਂ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ। ਸਾਡੀ ਜਿਹੜੀ ਇਹ ਮੰਗ ਹੈ ਹਮੇਸ਼ਾ ਵਾਸਤੇ ਜਦ ਤੱਕ ਸਾਡਾ ਬਿਜ਼ਨਸ ਜਿੰਦਾ ਸਾਡੇ ਨਾਲ ਉਹਨਾਂ ਨੇ ਸਾਲ ਦੀ ਗੱਲ ਨਾ ਕੀਤੀ ਹੈ ਉਹ ਅਸੀਂ ਅਖਬਾਰਾਂ ਤੇ TV ਤੋਂ ਸੁਣੀ ਜ਼ਰੂਰ ਹੈ ਬਟ ਉਹਨਾਂ ਨੇ ਕੀਤੀ ਨਹੀਂ। ਅਸੀਂ ਕੋ ਕਹੀ ਆ ਬੈਲ ਮੁਝੇ ਮਾਰ ਅਸੀਂ ਤਾਂ ਕਹਿੰਦੇ ਵੀ ਜਦ ਤੱਕ ਇਹ ਆੜ੍ਹਤੀ ਸਿਸਟਮ ਹੈ ਜਦ ਤੱਕ ਦੁਨੀਆ ਆੜ੍ਹਤੀ ਸਿਸਟਮ ਰਹਿਣਾ। ਉਹਨਾਂ ਨੇ ਗੱਲ ਕਹੀ ਹੈ ਵੀ 100 ਸਾਲ ਪੁਰਾਣਾ ਇਤਿਹਾਸ ਹੈ। ਮੈਂ ਮੰਡੀਆਂ 'ਚ ਆਪਦੇ ਨਾਨਾ ਜੀ ਦੇ ਨਾਲ ਫਸਲ ਵੇਚਣ ਜਾਂਦੇ ਮੈਂ ਨਾਲ ਜਾਂਦਾ ਹੁੰਦਾ ਸੀ ਗੱਡਿਆਂ ਤੇ ਤਾਂ ਇਸ ਕਰਕੇ ਮੈਂ ਸਮਝਦਾ ਕਿ ਆੜ੍ਹਤੀਆਂ ਦੇ ਕਿਸਾਨਾਂ ਦੇ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ। ਇਹ ਮਹਾਰਾਜ ਸਾਹਿਬ ਨੇ ਆਪ ਹੀ ਕਹਤਾ। ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ 'ਚ ਆਊਟਸੋਰਸਿੰਗ ਰਾਹੀਂ ਦੱਖਣ ਜ਼ੋਨ ਪਟਿਆਲਾ ਅਧੀਨ ਕੰਮ ਕਰਦੇ ਪੰਜਾਬ ਦੇ ਕਰੀਬ ਕੰਪਿਊਟਰ ਆਪਰੇਟਰਸ ਦੀਆਂ ਸੇਵਾਵਾਂ ਖਤਮ ਕਰਕੇ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਕੀਤੀ ਹੈ। ਦੱਸਣਾ ਬਣਦਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 2017 'ਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਕੀਤੇ ਵਾਅਦੇ ਦੇ ਉਲਟ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਆਪਣੇ ਦਫ਼ਤਰਾਂ 'ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੰਪਿਊਟਰ ਆਪਰੇਟਰਾਂ ਨੂੰ ਹਟਾ ਦੇਣ ਦੇ ਫਰਮਾਨ ਬੀਤੀ 31 ਮਾਰਚ 2021 ਨੂੰ ਲਾਗੂ ਕਰ ਦਿੱਤੇ ਗਏ ਤੇ ਅੱਜ ਤੋਂ ਇਹਨਾਂ ਪੈਸਕੋ ਅਧੀਨ ਕੰਮ ਕਰਦੇ ਕੰਪਿਊਟਰ ਆਪਰੇਟਰਾਂ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੈਸਕੋ ਵਿਚਾਲੇ 31 ਮਾਰਚ ਨੂੰ ਖਤਮ ਹੋਏ ਇਕਰਾਰਨਾਮੇ ਨੂੰ ਕਾਰਪੋਰੇਸ਼ਨ ਨੇ 1 ਅਪ੍ਰੈਲ 2021 ਤੋਂ 30 ਜੂਨ 2021 ਤੱਕ ਅੰਤਰਿਮ ਵਾਧਾ ਕੀਤਾ ਗਿਆ ਸੀ। ਪਰ ਹੁਣ ਇਸ ਫੈਸਲੇ ਨਾਲ ਲੰਮੇ ਸਮੇਂ ਤੋਂ ਕੰਮ ਕਰਦੇ ਕੰਪਿਊਟਰ ਆਪਰੇਟਰਾਂ 'ਚ ਰੋਸ ਪਾਇਆ ਜਾ ਰਿਹਾ ਕਿ ਉਹਨਾਂ ਨੂੰ ਨੌਕਰੀ ਤੋਂ ਕੱਢਣ ਤੋਂ ਪਹਿਲਾਂ 1 ਮਹੀਨੇ ਦਾ ਨੋਟਿਸ ਤੱਕ ਨਹੀਂ ਦਿੱਤਾ ਗਿਆ। ਉਹਨਾਂ ਆਖਿਆ ਕਿ ਇਸ ਵਿੱਚ ਹੁਣ ਕਈ ਸਰਕਾਰੀ ਨੌਕਰੀਆਂ ਲਈ ਸਰਕਾਰ ਵੱਲੋਂ ਰੱਖੀ ਉਮਰ ਸੀਮਾ ਨੂੰ ਪਾਰ ਕਰ ਚੁੱਕੇ ਨੇ। ਸਰਕਾਰ ਉਹਨਾਂ ਨੂੰ ਨੌਕਰੀ ਤੋਂ ਹਟਾਉਣ ਤੋਂ ਪਹਿਲਾਂ ਉਹਨਾਂ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦਾ ਕੁਝ ਸੋਚਣਾ ਚਾਹੀਦਾ ਸੀ।
ਪੰਜਾਬ 'ਚ ਮਹਿੰਗੀ ਬਿਜਲੀ ਦੇ ਮੁੱਦੇ ਤੇ ਸਿਆਸਤ ਦਾ ਪਾਰਾ ਚੜ੍ਹ ਗਿਆ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ 7 ਅਪ੍ਰੈਲ ਤੋਂ ਜਨ ਅੰਦੋਲਨ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਜਨਾਲਾ ਦੀ ਦਾਣਾ ਮੰਡੀ 'ਚ ਪੰਜਾਬ ਮੰਗਦਾ ਜਵਾਬ ਰੈਲੀ ਦੌਰਾਨ ਸੱਤਾ 'ਚ ਆਉਣ ਤੇ ਬਿਜਲੀ ਦੇ ਬਿੱਲ ਅੱਧੇ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਕੀਤੀ ਗਈ ਰੈਲੀ 'ਚ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸੀਨੀਅਰ ਆਗੂ ਇੱਥੇ ਮੌਜੂਦ ਸਨ। ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਦੱਸਣ ਕਿ ਝੂਠੇ ਵਾਅਦਿਆਂ ਨਾਲ ਉਹਨਾਂ ਨੇ ਪੰਜਾਬੀਆਂ ਨਾਲ ਠੱਗੀ ਕਿਉਂ ਮਾਰੀ। ਇਸ ਸਰਕਾਰ ਨੇ ਸਾਰੇ ਵਿਕਾਸ ਕਾਰਜ ਠੱਪ ਕਰਕੇ ਰੱਖ ਦਿੱਤੇ ਨੇ। ਉਹਨਾਂ ਆਖਿਆ ਕਿ ਮੁੱਖ ਮੰਤਰੀ ਨੂੰ ਦੱਸਣਾ ਪਏਗਾ ਕਿ ਉਹਨਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌਂਧ ਕਿਉਂ ਖਾਧੀ ਸੀ। ਸੂਬੇ 'ਚ ਸਰਕਾਰ ਬਣਨ ਮਗਰੋਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਅਤੇ ਘਰ-ਘਰ ਰੁਜ਼ਗਾਰ ਦੇਣ ਵਾਲੇ ਵਾਅਦਿਆਂ ਦਾ ਕੀ ਬਣਿਆ। ਸੁਖਬੀਰ ਨੇ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਪਿੱਠ ਥਾਪੜਦਿਆਂ ਲੋਕਾਂ ਨੂੰ ਕਿਹਾ ਕਿ ਉਹ ਬੋਨੀ ਅਜਨਾਲਾ ਨੂੰ ਵਿਧਾਇਕ ਬਣਾਉਣ ਤੇ ਹਲਕੇ ਦੇ ਵਿਕਾਸ ਦੀ ਜ਼ਿੰਮੇਵਾਰੀ ਉਹ ਨਿਭਾਉਣਗੇ। ਇਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਕਾਂਗਰਸ ਪਾਰਟੀ ਨੂੰ ਕਿਸਾਨਾਂ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਸ ਕਮੇਟੀ ਦੇ ਖੁਦ ਮੈਂਬਰ ਸਨ ਜਿਸ ਕਮੇਟੀ ਨੇ ਇਹ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ ਸੀ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਜੰਮੂ ਕਟੜਾ ਹਾਈਵੇ ਕੱਢਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨਾ ਚਾਹੁੰਦੀ ਹੈ। ਜੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਸਹੀ ਮੁੱਲ ਨਾ ਮਿਲਿਆ ਤਾਂ ਉਹ ਇਹ ਹਾਈਵੇ ਨਹੀਂ ਬਣਨ ਦੇਣਗੇ। ਬਿਜਲੀ ਦੇ ਰੇਟ ਦੇਖਿਆ ਤੁਸੀਂ ਕਿੱਥੇ ਪਹੁੰਚਾਤੇ ਕੈਪਟਨ ਨੇ। ਤੁਹਾਡੇ ਬਿੱਲ ਮੈਂ ਦੇਖਿਆ ਜਿੱਥੇ ਵੀ ਜਾਣਾ ਕਿਤੇ 25,000 ਦਾ ਕਿਤੇ 30,000 ਦਾ 50,000 ਰੁਪਏ ਦੇ ਬਿੱਲ ਗਰੀਬਾਂ ਦੇ ਆਉਣ ਲੱਗ ਗਏ। ਬਿਜਲੀ ਤੋਂ ਪੈਸਾ ਕਮਾਉਣ ਲੱਗ ਗਏ ਆ ਜਿਹੜੇ ਥਰਮਲ ਪਲਾਂਟ ਆਪਾਂ ਲਾਏ ਸੀ 2 ਰੁਪਏ 2.5 ਰੁਪਏ ਦੀ ਬਿਜਲੀ ਪੈਦਾ ਹੁੰਦੀ ਹੈ ਉਹਨਾਂ ਦੇ ਤੁਹਾਨੂੰ 9 ਰੁਪਏ ਵੇਚਦੇ ਆ 8 ਰੁਪਏ ਵੇਚਦੇ ਆ ਇਸ ਰੇਟ ਤੇ ਵੇਚਦੇ। ਕਿੰਨਾ ਮੁਨਾਫਾ ਕਮਾ ਰਿਹਾ। ਮੈਂ ਤੁਹਾਨੂੰ ਵਾਅਦਾ ਕਰਦਾ ਜਦੋਂ ਤੁਸੀਂ ਆਪਣੀ ਪੰਜਾਬ ਸਰਕਾਰ ਬਣਾਈ ਬਿਜਲੀ ਦੇ ਰੇਟ ਘਰਾਂ ਵਾਸਤੇ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ। ਮੈਂ ਤੁਹਾਨੂੰ ਅੱਜ ਕਰਦਾ ਜਿੰਨੇ ਵੀ ਐਸਸੀ ਤੇ ਬੀਸੀ ਬੱਚੇ ਆ ਸਾਰਿਆਂ ਦੀ ਪੜ੍ਹਾਈ ਮੁਫਤ ਹੋਊਗੀ। ਫਿਰ ਤੋਂ ਸਕਾਲਰਸ਼ਿਪ ਚਾਲੂ ਕੀਤੀ ਜਾਊਗੀ। ਆ ਜਿਹੜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਆੜਤੀਆਂ ਦਾ ਕਮਿਸ਼ਨ ਖਤਮ ਕਰਨੀ ਚਾਹੁੰਦੀ ਹੈ। ਤੁਹਾਡੀ ਆਉਣ ਵਾਲੀ ਸਰਕਾਰ ਜੇ ਖਤਮ ਵੀ ਕਰ ਦੂਗੀ ਪੰਜਾਬ ਸਰਕਾਰ ਉਹਨਾਂ ਕਮਿਸ਼ਨ ਪੰਜਾਬ ਸਰਕਾਰ ਆਪਣੇ ਖਜ਼ਾਨੇ 'ਚ ਦੇਊਗੀ। ਮਾਲੀ 'ਚ ਭਾਵੇਂ ਮਾਲੀ 에ਅਰਪੋਰਟ ਸੀ, ਭਾਵੇਂ ਰਿਫਾਈਨਰੀ ਸੀ ਬਠਿੰਡੇ ਦੀ, ਭਾਵੇਂ ਕੋਈ ਹੋਰ ਪ੍ਰੋਜੈਕਟ ਸੀ, ਕਿਸਾਨ ਹੱਸ-ਹੱਸ ਕੇ ਅੱਗੇ ਹੋ ਕੇ ਜ਼ਮੀਨਾਂ ਦਿੰਦੇ ਸੀ ਕਿਉਂਕਿ ਉਹਨਾਂ ਨੂੰ ਮਾਰਕੀਟ ਰੇਟ ਨਾਲੋਂ 5 ਗੁਣੇ ਰਕਮ ਵੱਧ ਮਿਲਦੀ ਸੀ। ਹੁਣ ਹਾਲਾਤ ਇਹ ਬਣੇ ਪਏ ਆ ਕਟਰਾ ਐਕਸਪ੍ਰੈਸਵੇ ਬਣ ਰਹੀ ਹੈ ਮਗਰ ਐਡੀ ਵੱਡੀ ਠੱਗੀ ਵੱਜ ਰਹੀ ਹੈ। ਸੈਂਟਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਰਲ ਕੇ ਮਾਰ ਰਹੀ ਹੈ ਕਿ ਲੋਕ ਅੱਜ ਭੁੱਖ ਹੜਤਾਲ ਤੇ ਬਹਿ ਗਏ ਆ। ਉਹਨਾਂ ਨੂੰ ਰੇਟ ਨਹੀਂ ਸਹੀ ਮਿਲ ਰਿਹਾ, ਇਸ ਲਈ ਉਹਨਾਂ ਨੂੰ ਸਹੀ ਰੇਟ ਦਿਵਾਉਣਾ ਇਹ ਵੀ ਮੈਂ ਤੁਹਾਨੂੰ ਬੇਨਤੀ ਕਰਦਾ। ਨਹੀਂ ਤਾਂ ਕਟਰਾ ਐਕਸਪ੍ਰੈਸਵੇ ਦਾ ਅਸੀਂ ਵਿਰੋਧ ਕਰਾਂਗੇ। ਉਸ ਵਕਤ ਤੱਕ ਵਿਰੋਧ ਕਰਾਂਗੇ ਜਦ ਤੱਕ ਸਾਡੇ ਕਿਸਾਨ ਵੀਰਾਂ ਨੂੰ ਰੇਟ ਸਹੀ ਨਹੀਂ ਮਿਲ ਜਾਂਦਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਸੰਘਰਸ਼ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹੋਰ ਤਿੱਖਾ ਕਰਨ ਲਈ ਲੱਖਾ ਸਿਧਾਨਾ ਨੂੰ ਅੰਦੋਲਨ 'ਚ ਮੁੜ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਵੱਲੋਂ ਲਿਆ ਗਿਆ ਹੈ, ਜਿਸ 'ਚ ਡਾਕਟਰ ਦਰਸ਼ਨਪਾਲ, ਬਲਦੇਵ ਸਿੰਘ ਸਿਰਸਾ ਤੇ ਜਗਜੀਤ ਸਿੰਘ ਡੱਲੇਵਾਲ ਸ਼ਾਮਿਲ ਸਨ। ਇਹ ਐਲਾਨ ਕਰਦਿਆਂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਲੱਖਾ ਸਿਧਾਨਾ ਨੂੰ ਨਾਲ ਲੈ ਕੇ ਚੱਲਣ ਦਾ ਫੈਸਲਾ ਕਲਾਕਾਰ ਵਰਗ, ਸਿੱਖ ਸੰਗਤ, ਧਾਰਮਿਕ ਸ਼ਖਸੀਅਤਾਂ ਤੇ ਹੋਰ ਕਿਸਾਨ ਪੱਖੀ ਨੁਮਾਇੰਦਿਆਂ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਲਿਆ ਗਿਆ। ਉਨ੍ਹਾਂ ਆਖਿਆ ਕਿ ਉਸ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੀਆਂ ਕਮੀਆਂ ਦੂਰ ਕਰਕੇ ਮੋਰਚੇ ਦੀ ਅਗਵਾਈ ਹੇਠ ਚੱਲਣ ਦਾ ਭਰੋਸਾ ਦਿੱਤਾ ਗਿਆ। ਕਿਸਾਨ ਆਗੂ ਨੇ ਜਥੇਬੰਦੀਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੁੱਦੇ ਨੂੰ ਹੱਲ ਕੀਤਾ ਹੈ। ਜੋ ਬੜੇ ਦਿਨਾਂ ਤੋਂ ਬਲਕਿ ਗੱਲ ਵੇਟ ਕਰ ਰਹੇ ਹਾਂ ਉਹ ਹੈ ਕਿ ਸਾਡੀ 3 ਜਣਿਆਂ ਦੀ ਇੱਕ ਸਰਸਾ ਸਾਹਿਬ ਦੀ, ਮੇਰੀ ਤੇ ਡੱਲੇਵਾਲ ਸਾਹਿਬ ਦੀ, ਜਿਨ੍ਹਾਂ ਨੇ ਨੁਮਾਇੰਦੇ ਇੱਥੇ ਕਾਕਾ ਸਿੰਘ ਬੈਠੇ ਨੇ, ਇੱਕ ਕਮੇਟੀ ਬਣਾਈ ਸੀ ਸਾਡੀ 32 ਜਥੇਬੰਦੀਆਂ ਨੇ। ਇੱਕ ਮੁੱਦਾ ਸੀ ਕਿ ਲੱਖਾ ਸਿਧਾਨਾ ਦੇ ਸੰਬੰਧ ਦੇ ਵਿੱਚ ਇੱਕ ਚਰਚਾ ਸੀ ਕਿ ਉਹਨਾਂ ਨੂੰ ਅੰਦੋਲਨ ਦੇ ਵਿੱਚ ਨਾਲ ਲਿਆ ਜਾਵੇ। 32 ਕਿਸਾਨ ਜਥੇਬੰਦੀਆਂ ਨੇ ਸਾਡੀ 3 ਦੀ ਕਮੇਟੀ ਬਣਾਈ ਸੀ। ਅਸੀਂ 3 ਦੀ ਕਮੇਟੀ ਨੇ ਵੱਖ-ਵੱਖ ਧਿਰਾਂ ਨੂੰ ਸੁਣਿਆ। ਲੱਖਾ ਸਿਧਾਨਾ ਉਹਨਾਂ ਦੇ ਜੋ ਵੀ ਰਿਪਰੈਜ਼ੈਂਟੇਟਿਵ ਨੇ, ਕਿਉਂਕਿ ਆਪ ਤਾਂ ਉਹ ਕੇਸ ਬੰਦ ਕਰਕੇ ਯੂਜੀ ਨੇ,
ਉਹਨਾਂ ਦੇ ਬਹੁਤ ਹੀ ਕਲੋਜ਼ ਜਿੰਨੇ ਵੀ ਨੁਮਾਇੰਦੇ ਨੇ ਜਿਹੜੇ ਕਲਾਕਾਰ ਦੁਨੀਆ ਦੇ ਚੋਂ ਵੀ ਨੇ, ਅਦਰਵਾਈਜ਼ ਵੀ ਜਿਹੜੇ ਬੁੱਧੀਜੀਵੀ ਲੋਕ ਨੇ, ਸੰਤ ਸਮਾਜ ਦੇ ਲੋਕ ਨੇ, ਸਿੱਖ ਚਿੰਤਕ ਨੇ, ਸਿੱਖ ਸਿਆਸਤ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦੇ ਨਾਲ ਅਸੀਂ ਆਪਣੀ ਵਿਚਾਰ ਚਰਚਾ ਕੀਤੀ ਹੈ। ਉਹ ਵਿਚਾਰ ਚਰਚਾ ਤੋਂ ਬਾਅਦ ਸਾਡੀ 3 ਮੈਂਬਰੀ ਕਮੇਟੀ ਇਸ ਸਿੱਟੇ ਤੇ ਪਹੁੰਚੀ ਹੈ ਕਿ ਅਸੀਂ ਲੱਖਾ ਸਿਧਾਣਾ ਤੇ ਉਹਦੀ ਜਿਹੜੀ ਨੌਜਵਾਨ ਫੋਰਸ ਹੈ ਉਹਨਾਂ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਨੂੰ ਇਕੱਠੇ ਚਲਾਉਣ ਦਾ ਹੋਊਗਾ, ਤੇ ਨਾਲ ਇਹਦੀ ਅਸੀਂ ਜੋ ਸੰਯੁਕਤ ਕਿਸਾਨ ਮੋਰਚਾ ਹੈ ਉਹਦੀ ਮੀਟਿੰਗ ਦੇ ਵਿੱਚ ਵੀ ਚਰਚਾ ਕੀਤੀ। 3 ਮੈਂਬਰੀ ਕਮੇਟੀ ਦਾ ਇਹ ਡਿਸੀਜਨ ਅਸੀਂ 32 ਮੈਂਬਰੀ ਕਮੇਟੀ ਨੇ ਜੋ ਸਾਨੂੰ ਦਿੱਤਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਤੋਂ ਵੀ ਇਹਦੀ ਸਹਿਮਤੀ ਲੈਣੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਵੀ ਰੱਖ ਕੇ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਸ ਗੱਲ ਨੂੰ ਗ੍ਰੀਨ ਸਿਗਨਲ ਦਿੱਤਾ। ਤਾਂ ਫਿਊਚਰ ਦੇ ਵਿੱਚ ਉਹ ਬੇਸ਼ੱਕ ਉਹਨਾਂ ਦੇ ਕੇਸ ਨੇ, ਉਹ ਯੂਜੀ ਨੇ, ਉਹਨਾਂ ਦੀ ਜਿਹੜੀ ਫੋਰਸ ਹੈ ਉਹ ਕਿਵੇਂ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੈ ਇਹ ਉਹਨਾਂ ਤੇ ਨਿਰਭਰ ਕਰੂਗਾ। ਲੇਕਿਨ ਸਾਡੀਆਂ 32 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਅੰਦੋਲਨ ਨੂੰ ਇੱਕ ਜੁੱਟ ਹੋ ਕੇ ਚਲਾਉਣ ਵਾਸਤੇ ਆਪਣਾ ਫੈਸਲਾ ਕੀਤਾ ਤੇ ਇਹ ਫੈਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਜਿੰਨੇ ਵੀ ਕਿਸਾਨ ਹਿਤੈਸ਼ੀ ਨੇ, ਲੋਕ ਹਿਤੈਸ਼ੀ ਨੇ, ਪੰਜਾਬੀ ਹਿਤੈਸ਼ੀ ਲੋਕ ਨੇ, ਨੌਜਵਾਨ ਨੇ, ਯਾਦਗਾਰ ਨੇ ਜਾਂ ਆਮ ਲੋਕ ਨੇ, ਸਾਰੇ ਇਸ ਫੈਸਲੇ ਨੂੰ ਮੈਨੂੰ ਲੱਗਦਾ ਕਿ ਜੀ ਆਇਆਂ ਕਹਿਣਗੇ। ਉਹ ਸਾਡੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਇਸ ਗੱਲ ਨੂੰ ਅਸੀਂ ਤੁਹਾਡੇ ਨਾਲ ਸਾਂਝੇ ਕਰਕੇ ਇਸ ਗੱਲ ਨੂੰ ਪੂਰੇ ਸਮਾਜ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ। ਧੰਨਵਾਦ। ਕੇਂਦਰ ਵੱਲੋਂ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ 126 ਦਿਨ ਹੋ ਚੁੱਕੇ ਨੇ ਤੇ ਗਾਜ਼ੀਪੁਰ ਬਾਰਡਰ ਤੇ ਜਾਰੀ ਕਿਸਾਨ ਅੰਦੋਲਨ ਵਿੱਚ ਕਈ ਸਾਬਕਾ ਸੈਨਿਕ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸਮਰਥਨ ਵਿੱਚ ਸ਼ਾਮਿਲ ਨੇ। ਹੁਣ ਕਿਸਾਨਾਂ ਵੱਲੋਂ ਤੈਅ ਕੀਤਾ ਗਿਆ ਕਿ ਕਿਸਾਨ ਅੰਦੋਲਨ ਸਥਾਨ ਦੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਾਬਕਾ ਸੈਨਿਕਾਂ ਨੂੰ ਸੌਂਪੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਨੇ ਤੇ ਹਾਲ ਹੀ 'ਚ ਕਿਸਾਨ ਅੰਦੋਲਨ ਤੇ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਨਾਲ ਅੰਦੋਲਨ ਨੂੰ ਸਹਿਜੇ ਹੀ ਬਦਨਾਮ ਕੀਤਾ ਜਾ ਸਕਦਾ ਹੈ। ਸਾਬਕਾ ਸੈਨਿਕਾਂ ਨੇ ਉਹਨਾਂ ਨੂੰ ਆਖਿਆ ਕਿ ਉਹਨਾਂ ਨੂੰ ਵੀ ਕੁਝ ਕਰਨ ਦਾ ਮੌਕਾ ਦਿੱਤਾ ਜਾਵੇ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਅੰਦੋਲਨ ਦੀ ਸੁਰੱਖਿਆ ਵਿਵਸਥਾ ਸਾਬਕਾ ਸੈਨਿਕਾਂ ਦੇ ਹਵਾਲੇ ਕੀਤੀ ਜਾਵੇਗੀ। ਜੰਮੂ ਕਸ਼ਮੀਰ ਦੇ ਨੌਗਾਮ 'ਚ ਭਾਜਪਾ ਨੇਤਾ ਦੇ ਘਰ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਪੁਲਵਾਮਾ 'ਚ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਤੇ ਇਸ ਦੌਰਾਨ 2 ਨਾਗਰਿਕ ਵੀ ਜ਼ਖਮੀ ਹੋ ਗਏ ਨੇ। ਦੱਸਣਾ ਬਣਦਾ ਹੈ ਕਿ ਦੱਖਣ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਘਾਟ ਮੁਹੱਲਾ ਕਾਕਪੁਰਾ ਇਲਾਕੇ 'ਚ ਸਵੇਰੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਮੁੱਠਭੇੜ ਹੋਈ ਸੀ ਤੇ ਸਾਵਧਾਨੀ ਦੇ ਤੌਰ ਤੇ ਪੁਲਵਾਮਾ 'ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸੂਤਰਾਂ ਮੁਤਾਬਿਕ ਕਸ਼ਮੀਰ ਨੌਗਾਮ ਦੇ ਆਰਬਾਗ ਮੁਹੱਲੇ 'ਚ ਅੱਤਵਾਦੀਆਂ ਨੇ ਭਾਜਪਾ ਨੇਤਾ ਅਨਵਰ ਖਾਨ, ਜ਼ਿਲ੍ਹਾ ਸਕੱਤਰ ਬਾਰਾਮੂਲਾ ਦੇ ਘਰ ਤੇ ਤਾਬੜਤੋੜ ਗੋਲੀਆਂ ਚਲਾਉਂਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਪੋਸਟ ਤੇ ਤੈਨਾਤ ਸੁਰੱਖਿਆ ਗਾਰਡ ਦੇ ਕਾਂਸਟੇਬਲ ਰਮੀਜ਼ ਰਾਜਾ ਨੇ ਡਟ ਕੇ ਜਵਾਬ ਦਿੱਤਾ ਸੀ, ਜਿਸ 'ਚੋਂ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਬਾਅਦ ਵਿੱਚ ਦਮ ਤੋੜ ਗਿਆ। ਦੱਸਣਾ ਬਣਦਾ ਹੈ ਕਿ ਇਸ ਹਮਲੇ ਦੌਰਾਨ ਭਾਜਪਾ ਨੇਤਾ ਘਰ ਵਿੱਚ ਮੌਜੂਦ ਨਹੀਂ ਸੀ। ਪੱਛਮੀ ਬੰਗਾਲ 'ਚ ਦੂਜੇ ਗੇੜ ਦੀਆਂ 30 ਸੀਟਾਂ ਲਈ ਨੰਦੀਗ੍ਰਾਮ ਸਮੇਤ ਮਤਦਾਨ ਦੌਰਾਨ ਵੱਖ-ਵੱਖ ਥਾਵਾਂ ਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ ਨੇ। ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਸ਼ਾਮ 5:30 ਵਜੇ ਤੱਕ 30 ਸੀਟਾਂ ਤੇ 80.43% ਮਤਦਾਨ ਹੋਇਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ, ਭਾਜਪਾ ਆਗੂ ਸੁਬੇਂਦਰੂ ਅਧਿਕਾਰੀ ਸਮੇਤ 171 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਮਮਤਾ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਦੇ ਬੁਆਲ ਵਿਖੇ ਕੇਂਦਰੀ ਸੁਰੱਖਿਆ ਫੋਰਸ ਦੇ ਹੁੰਦਿਆਂ 80% ਮਤਦਾਨ ਹੋਇਆ ਤੇ 70% ਅਸਲੀ ਵੋਟਰਾਂ ਨੂੰ ਕੇਂਦਰੀ ਸੁਰੱਖਿਆ ਫੋਰਸ ਨੇ ਮਤਦਾਨ ਨਹੀਂ ਕਰਨ ਦਿੱਤਾ। ਇੱਥੇ 70% ਮਤਦਾਨ ਹੋਣ ਤੋਂ ਬਾਅਦ ਮਮਤਾ ਪੁੱਜੀ ਅਤੇ ਚੋਣ ਕਮਿਸ਼ਨ ਤੋਂ ਲੈ ਕੇ ਰਾਜਪਾਲ ਜਗਦੀਪ ਧਨਖੜ ਨੂੰ ਸ਼ਿਕਾਇਤ ਕੀਤੀ ਹੈ। ਸੀਪੀਐਮ ਨੇ ਦੋਸ਼ ਲਾਇਆ ਕਿ ਸੁਨਾਮੁਖੀ 'ਚ ਉਹਨਾਂ ਦੇ ਏਜੰਟ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਵੀਲ ਚੇਅਰ ਤੇ ਬੈਠ ਕੇ ਨੰਦੀਗ੍ਰਾਮ 'ਚ ਇੱਕ ਪਿੰਗ ਬੂਥ ਤੇ ਪੁੱਜੇ ਤੇ ਮਤਦਾਨ ਕੇਂਦਰ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਮਮਤਾ ਨੇ ਦੋਸ਼ ਲਾਇਆ ਕਿ ਬੂਥ ਤੇ VOTING ਸਹੀ ਢੰਗ ਨਾਲ ਨਹੀਂ ਹੋ ਰਹੀ। ਇੱਥੇ ਪੁੱਜ ਕੇ ਕੁਝ ਬਾਹਰੀ ਲੋਕ TMC ਦੇ ਸਮਰਥਕ ਲੋਕਾਂ ਨੂੰ ਵੋਟ ਨਹੀਂ ਪਾਉਣ ਦੇ ਰਹੇ। ਇਸ ਦੀ ਸ਼ਿਕਾਇਤ ਵੀ ਮਮਤਾ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਕੀਤੀ ਹੈ। ਹਾਲਾਂਕਿ ਮਮਤਾ ਇੱਥੇ ਨਹੀਂ ਰੁਕੀ। ਇਸ ਤੋਂ ਬਾਅਦ ਉਹਨਾਂ ਪਿੰਗ ਬੂਥ ਤੋਂ ਹੀ ਬੰਗਾਲ ਦੇ ਰਾਜਪਾਲ ਨੂੰ ਫੋਨ ਕੀਤਾ ਤੇ ਬੰਗਾਲ 'ਚ ਨਿਰਪੱਖ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਮਮਤਾ ਦੀ ਸ਼ਿਕਾਇਤ ਤੋਂ ਬਾਅਦ ਰਾਜਪਾਲ ਜਗਦੀਸ਼ ਨੇ ਟਵੀਟ ਕੀਤਾ ਕਿ ਉਹਨਾਂ ਨੇ ਮਮਤਾ ਨੂੰ ਸਹੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਮੀਦ ਹੈ ਕਿ ਸਹੀ ਭਾਵਨਾ ਨਾਲ ਕੰਮ ਕੀਤਾ ਜਾਵੇਗਾ ਤਾਂ ਕਿ ਲੋਕਤੰਤਰ ਅੱਗੇ ਵਧੇ।
ਮਦਰਾਸ ਹਾਈ ਕੋਰਟ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਮੁਫਤ ਤੋਹਫੇ ਵੰਡਣ ਦੇ ਸੱਭਿਆਚਾਰ ਦੀ ਨਿੰਦਾ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਚੱਲਣ ਨੂੰ ਬੰਦ ਕਰਕੇ ਬੁਨਿਆਦੀ ਸਹੂਲਤਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਟੀਸ਼ਨਕਰਤਾ ਨੇ ਪੂਰੇ ਸੂਬੇ ਦੇ ਨਾਲ-ਨਾਲ ਵਾਸੂਦੇਵ ਵਨਲੂਰ ਸੀਟ ਤੋਂ ਹੋ ਰਹੀ ਵਿਧਾਨ ਸਭਾ ਚੋਣ 'ਚ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਮੁਫਤ ਤੋਹਫਿਆਂ ਤੇ ਕੀਤੀ ਜਾ ਰਹੀ ਬਹਿਸ ਦੇ ਸੰਦਰਭ 'ਚ ਅਦਾਲਤ ਤੋਂ ਦਖਲ ਦੇਣ ਦੀ ਮੰਗ ਕੀਤੀ ਸੀ, ਜਿਸ ਤੇ ਬੈਂਚ ਨੇ ਆਖਿਆ ਕਿ ਲਾਲਚ ਦੇਣ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ 'ਚ ਦੌੜ ਲੱਗੀ ਪਈ ਹੈ। ਕੋਈ ਉਮੀਦਵਾਰ ਔਰਤਾਂ ਨੂੰ ਜੇਕਰ 1000 ਰੁਪਏ ਪੈਨਸ਼ਨ ਦੇਣ ਦੀ ਗੱਲ ਕਰਦਾ ਹੈ ਤਾਂ ਦੂਜੀ ਪਾਰਟੀ ਦਾ ਉਮੀਦਵਾਰ 1500 ਰੁਪਏ ਦੇਣ ਦਾ ਵਾਅਦਾ ਕਰ ਰਿਹਾ ਹੈ। ਇਹ ਸਿਲਸਿਲਾ ਅੱਗੇ ਵੱਧਦਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕੁੱਲ ਮਿਲਾ ਕੇ ਸਿਆਸੀ ਪਾਰਟੀਆਂ ਵੋਟਰਾਂ ਨੂੰ ਭ੍ਰਿਸ਼ਟ ਬਣਾਉਣ ਦਾ ਕੰਮ ਕਰ ਰਹੀਆਂ ਨੇ। ਕੇਂਦਰ ਸਰਕਾਰ ਨੇ ਦੇਸ਼ 'ਚ ਤੇਜ਼ੀ ਨਾਲ ਫੈਲ ਰਹੇ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਫੈਸਲਾ ਕੀਤਾ ਹੈ ਕਿ ਦੇਸ਼ ਦੇ ਸਰਕਾਰੀ ਤੇ ਨਿੱਜੀ ਕੋਵਿਡ-19 ਵੈਕਸੀਨੇਸ਼ਨ ਕੇਂਦਰਾਂ 'ਚ ਗਜ਼ਟਿਡ ਛੁੱਟੀਆਂ ਸਮੇਤ ਪੂਰੇ ਅਪ੍ਰੈਲ ਮਹੀਨੇ ਕਰੋਨਾ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੇਂਦਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਲੋੜੀਂਦੇ ਪ੍ਰਬੰਧ ਕਰਨ ਲਈ ਆਖਿਆ ਹੈ। ਮੰਤਰਾਲੇ ਨੇ ਦੱਸਿਆ ਕਿ ਫੈਸਲਾ 31 ਮਾਰਚ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਹੋਈ ਵਿਸਥਾਰਿਤ ਚਰਚਾ ਤੋਂ ਬਾਅਦ ਲਿਆ ਗਿਆ ਹੈ ਤਾਂ ਜੋ ਕੋਵਿਡ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਕਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਨੇ ਤੇ ਉਹ ਚਾਹੁੰਦੇ ਨੇ ਕਿ ਹਰ ਕੋਈ ਇਹ ਤੈਅ ਕਰੇ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਰੇ ਹੈਲਥ ਕੇਅਰ ਅਤੇ ਫਰੰਟ ਲਾਈਨ ਕਰਮਚਾਰੀਆਂ ਦੇ ਨਾਲ ਹੀ ਟੀਕਾ ਲਗਾਇਆ ਜਾਵੇ ਤੇ ਇਸ ਦੇ ਨਾਲ ਹੀ ਮਾਸਕ ਪਾਉਣ ਤੇ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਆਪਣੇ ਕਾਰਜ ਨਿਰੰਤਰ ਜਾਰੀ ਰੱਖਾਂਗੇ ਤੇ ਸਾਨੂੰ ਸਾਰਿਆਂ ਨੂੰ ਕਰੋਨਾ ਵਾਇਰਸ ਵਿਰੁੱਧ ਇਕੱਠੇ ਹੋ ਕੇ ਲੜਨਾ ਪਏਗਾ ਤਾਂ ਹੀ ਅਸੀਂ ਇਸ ਤੇ ਜਿੱਤ ਹਾਸਲ ਕਰ ਸਕਾਂਗੇ। ਤਾਂ ਹੀ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤਾਂ ਇਹ ਇੰਜੈਕਸ਼ਨ ਜਿਹੜੇ ਨੇ ਇਹ ਵਾਇਰਸ ਐਂਟੀਵਾਇਰਲ ਜਿਹੜੇ ਇੰਜੈਕਸ਼ਨ ਹੁਣ ਲਗਾ ਰਹੇ ਨੇ ਕੋਵਿਸ਼ੀਲਡ ਹੋਏ ਜਾਂ ਜਿਹੜੇ ਵੀ ਆਉਣ ਕੋਵੈਕਸਿਨ ਜਾਂ ਕੁਛ ਹੋਰ ਆ ਸਕਦਾ ਹੈ ਅੱਗੇ ਨੂੰ, ਇਹ ਸਾਰੇ ਟੈਸਟਡ ਦਵਾਈਆਂ ਨੇ ਔਰ ਬਗੈਰ ਟੈਸਟ ਤੋਂ ਕੋਈ ਰਿਲੀਜ਼ ਨਹੀਂ ਹੁੰਦੀ, ਕਿਸੇ ਦੁਨੀਆ ਦੇ ਵਿੱਚ ਵੀ ਨਹੀਂ ਰਿਲੀਜ਼ ਹੁੰਦੀ ਔਰ ਟੈਸਟਿੰਗ ਤੋਂ ਬਾਅਦ ਹੀ ਕਈ ਵਾਰ ਟੈਸਟ ਕਰਕੇ ਇਹ ਸਾਡੇ ਕੋਲ ਪਹੁੰਚੇ ਨੇ ਔਰ ਮੈਂ ਆਸ ਕਰਦਾ ਕਿ ਤੁਸੀਂ ਸਮਝੋ ਇਹਨਾਂ ਨੂੰ ਕਿ ਆਪਣੇ ਪਰਿਵਾਰ ਨੂੰ ਆਪਾਂ ਨੇ ਬਚਾਉਣਾ ਹੈ। ਹੁਣ ਮੈਂ ਕਰਵਾਇਆ ਆਪਣਾ, ਮੇਰੇ ਤੇ ਇੰਜੈਕਸ਼ਨ ਲੱਗਿਆ, ਮੇਰੇ ਬੱਚਿਆਂ ਤੇ ਲੱਗਿਆ, ਮੇਰੇ ਉਹਨਾਂ ਰਿਸ਼ਤੇਦਾਰਾਂ ਤੇ ਜਿਨ੍ਹਾਂ ਨੂੰ ਕੈਂਸਰ ਹੈ ਉਹਨਾਂ ਨੇ ਵੀ ਲਗਵਾਇਆ। ਸਾਰਿਆਂ ਨੇ ਇਸ ਕੰਮ ਨੇ ਉਹਨਾਂ ਨੇ ਕੀਤਾ ਇਸ ਲਈ ਕਿਉਂਕਿ ਉਹ ਬਚਣਾ ਚਾਹੁੰਦੇ ਇਸ ਬਿਮਾਰੀ ਤੋਂ। ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ, ਸਾਰਿਆਂ ਨੂੰ ਇਸ ਤੋਂ ਬਚਾਓ ਔਰ ਜਿੱਥੇ ਵੀ ਸਾਡੇ ਜਗ੍ਹਾ ਨੇ ਜਿੱਥੇ ਤੁਸੀਂ ਇੰਜੈਕਸ਼ਨ ਲਗਾ ਸਕਦੇ ਹੋ ਜਾ ਕੇ ਆ ਜਿਹੜਾ ਟੀਕਾ ਹੈ ਜ਼ਰੂਰ ਲਗਾਓ। ਇਹਦੇ ਨਾਲ ਪਹਿਲਾ ਹੋਊਗਾ, ਫਿਰ ਉਸ ਤੋਂ 8 ਹਫ਼ਤਿਆਂ ਬਾਅਦ ਦੇ ਕਰੀਬ ਦੂਸਰਾ ਹੋਊਗਾ, ਫਿਰ ਤੁਹਾਡੇ ਐਂਟੀਬਾਡੀਜ਼ ਇੰਨੇ ਵੱਧ ਜਾਣਗੇ ਕਿ ਕੋਵਿਡ ਦਾ ਅਸਰ ਤੁਹਾਡੇ 'ਤੇ ਨਹੀਂ ਪਊਗਾ। ਤੇ ਬੁਲੇਟਿਨ ਦੇ ਅਖੀਰ ਵਿੱਚ ਗਦਰ ਲਹਿਰ ਦੇ ਆਖਰੀ ਜਰਨੈਲ ਉੱਗੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਨੂੰ ਉਹਨਾਂ ਦੀ 113ਵੀਂ ਬਰਸੀ ਮੌਕੇ ਕਰ ਰਹੇ ਹਾਂ ਯਾਦ। ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਪਲ ਭਗਤ ਸਿੰਘ ਬਿਲਗਾ ਦਾ ਜਨਮ ਅੱਜ ਦੇ ਦਿਨ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਦੇ ਘਰ ਮਾਤਾ ਮਾਲਣ ਦੀ ਕੁੱਖੋਂ ਹੋਇਆ ਸੀ। ਜਦੋਂ 2 ਵਰਿਆਂ ਦੇ ਵੀ ਨਹੀਂ ਸਨ ਹੋਏ ਤੇ ਉਹਨਾਂ ਦੇ ਬਾਪੂ ਜੀ ਚੱਲ ਵਸੇ ਸਨ। ਉਹਨਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖਤ ਮਿਹਨਤ ਕਰਨੀ ਪਈ ਸੀ, ਫਿਰ ਵੀ ਪੂਰੀ ਨਾ ਪਈ ਤੇ ਘਰ-ਬਾਰ ਤੱਕ ਵੀ ਗਹਿਣੇ ਪਾਉਣਾ ਪਿਆ। ਭਗਤ ਸਿੰਘ ਬਿਲਗਾ ਬਚਪਨ 'ਚ ਮਾਲਵੇ ਦੇ ਪਿੰਡ ਅਜੀਤਵਾਲ ਵਿਖੇ ਆਪਣੀ ਮਾਸੀ ਦੇ ਕੋਲ ਰਹਿ ਕੇ ਨੇੜਲੇ ਪਿੰਡ ਚੂੜਚੱਕ ਵਿੱਚ ਪੜ੍ਹਦੇ ਰਹੇ। ਉੱਥੋਂ ਉਹਨਾਂ ਨੇ ਮਿਡਲ ਪਾਸ ਕੀਤੀ ਤੇ ਫਿਰ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ। ਘਰ ਦੀ ਗਰੀਬੀ ਕੱਟਣ ਖਾਤਰ ਵਿਦੇਸ਼ ਕਮਾਈ ਕਰਨ ਲਈ ਉਹ ਪਹਿਲਾਂ ਜਾਪਾਨ ਤੇ ਫਿਰ ਅਰਜਨਟੀਨਾ ਪਹੁੰਚੇ, ਪਰ ਉੱਥੇ ਵਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗਰੀਬੀ ਦੀ ਥਾਂ ਦੇਸ਼ ਦੀ ਗੁਲਾਮੀ ਦੀਆਂ ਬੇੜੀਆਂ ਤੋੜਨ ਵਾਲੇ ਪਾਸੇ ਤੋਰ ਲਿਆ। ਬਾਬਾ ਭਗਤ ਸਿੰਘ ਬਿਲਗਾ 22 ਮਈ 2009 ਨੂੰ ਲੰਬੀ ਸਰਗਰਮ ਜ਼ਿੰਦਗੀ ਤੋਂ ਭਾਵੇਂ ਰੁਖਸਤ ਹੋ ਚੁੱਕੇ ਨੇ, ਪਰ ਉਹਨਾਂ ਵੱਲੋਂ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਪਾਏ ਯੋਗਦਾਨ ਲਈ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਤੇ ਇਸ ਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਚਾਹਾਂਗੇ। ਧੰਨਵਾਦ।